ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀਐ, ਕਿਆ ਚੱਲਹਿ ਬਾਹ ਲੁਡਾਏ। ਆਪਣਾ ਪਿਰ ਨਾ ਪਛਾਣਹੀ, ਕਿਆ ਮੂੰਹ ਦੇ ਸਹਿ ਜਾਏ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲਹਿ ਬਾਹ ਲੁਡਾਏ। ਆਪਣਾ ਪਿਰ ਨਾ ਪਛਾਣਹੀ, ਕਿਆ ਮੂੰਹ ਦੇ ਸਹਿ ਜਾਏ। ਜਿਨੀ ਸਖੀ ਕੰਤ ਪਛਾਣਿਆ, ਹਉ ਤਿਨ ਕੈ ਲਾਗੋਂ ਪਾਏ। ਤਿਨ ਹੀ ਜੈਸੀ ਥੀ ਰਹਾ, ਸਤ ਸੰਗਤ ਮੇਲ ਮਿਲਾਏ। ਮੁੰਧੇ ਕੂੜ ਮੁਠੀ ਕੂੜਿਆਰ, ਫਿਰ ਪ੍ਰਭ ਸਾਚਾ ਸੋਹਣਾ। ਪਾਈਐ ਗੁਰ ਵਿਚਾਰ, ਰਹਾਉ ਮਨਮੁਖ ਕੰਤ ਨਾ ਪਛਾਣਈ। ਤਿਨ ਕਿਉ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲ ਹੈ। ਦੁਖ ਪਾਵਹਿ ਦੂਜੈ ਪਾਏ। ਸ਼ਬਦ ਰਤਿਆ ਸੁਹਾਗਣੀ, ਤਿਨ ਵਿੱਚੋਂ ਹਉ ਮੈਂ ਜਾਏ। ਸਦਾ ਪਿਰ ਰਾਵਹਿ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਗਿਆਨ ਵਿਹੂਣੀ ਪਿਰ ਮੁਤਿਆ, ਪਿਰਮ ਨ ਪਾਇਆ ਜਾਏ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੈ ਭੁਖ ਨ ਜਾਏ। ਆਵਹੁ ਮਿਲਹੁ ਸਹੇਲੀ ਹੋ, ਮੈਂ ਪਿਰ ਦੇਹੁ ਮਿਲਾਏ। ਪੂਰੇ ਭਾਗ ਸਤਿਗੁਰ ਮਿਲੈ, ਪਿਰ ਪਾਇਆ ਸਚ ਸਮਾਏ। ਸੇ ਸਹੀਆ ਸੁਹਾਗਣੀ, ਜਿਨ ਕਾ ਨਦਰ ਕਰੇ। ਖਸਮ ਪਛਾਣ ਹੈ ਆਪਣਾ, ਤਨ ਮਨ ਆਗੈ ਦੇ। ਘਰ ਵਰ ਪਾਇਆ ਆਪਣਾ, ਹਉ ਮੈਂ ਦੂਰ ਕਰੇ। ਨਾਨਕ ਸੋ ਭਾਵੰਤੀਆਂ ਸੁਹਾਗਣੀ, ਆਨ ਦਿਨ ਭਗਤ ਕਰੇ। ਘਰ ਵਰ ਪਾਇਆ ਆਪਣਾ, ਹਉ ਮੈਂ ਦੂਰ ਕਰੇ। ਨਾਨਕ ਸੋ ਭਾਵੰਤੀਆਂ ਸੁਹਾਗਣੀ, ਆਨ ਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲਹਿ ਬਾਹ ਲੁਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਨੂੰ ਪੰਜਵੇਂ ਸਰੂਪ ਦੇ ਅੰਦਰ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਪ੍ਰਥਮ ਬੀੜ ਤਿਆਰ ਕੀਤੀ, ਜਿਸ ਨੂੰ ਸਿੱਖ ਜਗਤ ਦੇ ਅੰਦਰ ਆਦ ਬੀੜ ਸ਼੍ਰੀ ਕਰਤਾਰਪੁਰ ਸਾਹਿਬ ਵਾਲੀ ਆਖਿਆ ਜਾਂਦਾ ਹੈ। ਫਿਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਮਾਲਵੇ ਦੀ ਧਰਤੀ ਸਾਬੋ ਕੀ ਤਲਵੰਡੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਆਪਣੇ ਅਨੁਭਵ ਦੁਆਰਾ ਸੰਪੂਰਨ ਬਾਣੀ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਕੰਠੋਂ ਉਚਾਰਨ ਕੀਤੀ। ਜਿਤਨੀ ਵੀ ਬਾਣੀ ਸਤਿਗੁਰੂ ਨੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤੀ, ਓਨੇ ਹੀ ਪਵਿੱਤਰ ਬਾਣੀ ਦੇ ਅਰਥ ਸਿੰਘਾਂ ਨੂੰ ਪੜ੍ਹਾਏ। ਬੇਅੰਤ ਸੰਗਤਾਂ ਨੇ ਵੀ ਲਾਹਾ ਪ੍ਰਾਪਤ ਕੀਤਾ ਹੈ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਸੀ, ਖਾਲਸਾ ਜੀ, ਜਿੰਨਾ ਵੀ ਗੁਰਬਾਣੀ ਨੂੰ ਤੁਸਾਂ ਸਮਝਿਆ ਹੈ, ਓਨਾ ਹੀ ਅੱਗੇ ਸੰਗਤਾਂ ਨੂੰ ਸਮਝਾਓ। ਜੇ ਕੋਈ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਿਆ ਹੈ, ਉਹ ਸ਼ੁੱਧ ਪਾਠ ਸਿਖਾਵੇ। ਜੇ ਕੋਈ ਗੁਰਬਾਣੀ ਦਾ ਕੀਰਤਨ ਸਿੱਖਿਆ ਹੈ, ਉਹ ਅੱਗੇ ਕੀਰਤਨ ਸਿਖਾਵੇ। ਜੇ ਕਿਸੇ ਨੇ ਗੁਰਬਾਣੀ ਦਾ ਅਰਥ ਬੋਧ ਹਾਸਲ ਕੀਤਾ ਹੈ, ਉਹ ਗੁਰਸਿੱਖ ਸੰਗਤਾਂ ਨੂੰ ਗੁਰਬਾਣੀ ਦਾ ਅਰਥ ਬੋਧ ਕਰਵਾਵੇ। ਕਲਗੀਧਰ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਗੁਰਬਾਣੀ ਦੇ ਅਰਥਾਂ ਦੀ ਸੰਪਰਦਾਇ ਚੱਲੀ ਆ ਰਹੀ ਹੈ, ਜਿਸ ਨੂੰ ਦਮਦਮੀ ਟਕਸਾਲ ਪੰਥ ਵਿੱਚ ਆਖਿਆ ਜਾਂਦਾ ਹੈ। ਉਸ ਦਮਦਮੀ ਟਕਸਾਲ ਦੀ ਮਰਜ਼ਾਦਾ ਹੈ, ਇੱਕ ਓਂਕਾਰ ਤੋਂ ਲੈ ਕੇ ਆਰੰਭ ਤੋਂ ਤੁਰਕੀ ਬਾਣੀ ਦੀ ਕਥਾ ਆਰੰਭ ਕੀਤੀ ਜਾਂਦੀ ਹੈ ਤੇ ਫਿਰ ਸੰਪੂਰਨ ਕਥਾ ਦਾ ਭੋਗ 18 10 20 ਤੇ ਪਾਇਆ ਜਾਂਦਾ ਹੈ, ਜਿਹਦੇ ਵਿੱਚ ਵਿਦਿਆਰਥੀ ਵੀ ਅਰਥਬੋਧ ਹਾਸਲ ਕਰਦੇ ਸਨ ਤੇ ਨਾਲ ਦੀ ਨਾਲ ਸੰਗਤਾਂ ਵੀ ਗੁਰਬਾਣੀ ਦਾ ਬੋਧ ਹਾਸਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਸਨ। ਉਸੇ ਹੀ ਪਰੰਪਰਾ ਦੇ ਅਨੁਸਾਰ ਆਪ ਸੰਗਤਾਂ ਪਿਛਲੇ ਦਿਨਾਂ ਤੋਂ, ਕਿਉਂਕਿ ਸਿੱਖ ਕੌਮ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਹੈ ਅਤੇ ਇਸ ਸ਼ਹਿਰ ਦੀਆਂ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪਹਿਲੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਕਰਵਾਉਣ ਦਾ ਤੇ ਨਾਲ ਹੀ ਉਸ ਨੂੰ CD DVD ਆਦਿਕ ਤਿਆਰ ਕਰਕੇ ਗੁਰੂ ਦਾ ਸੰਦੇਸ਼, ਗੁਰਬਾਣੀ ਦਾ ਪੈਗਾਮ ਘਰ ਘਰ ਪਹੁੰਚਾਉਣ ਦਾ ਉਪਰਾਲਾ ਆਰੰਭਿਆ ਹੈ। ਸਤਿਗੁਰੂ ਰਹਿਮਤ ਕਰਨ, ਇਸ ਕਾਰਜ ਦੇ ਵਿੱਚ ਜੋ ਜੋ ਗੁਰਸਿੱਖ ਮਾਈ ਭਾਈ ਸਹਿਯੋਗ ਦੇ ਰਹੇ ਹਨ ਜਾਂ ਸੇਵਾ ਨਿਭਾ ਰਹੇ ਹਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਸੇਵਾ ਲੇਖੇ ਵਿੱਚ ਲਾਉਣ, ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ ਅਤੇ ਇਸ ਕਾਰਜ ਦੇ ਵਿੱਚ ਸਫਲਤਾ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਇਸਤਰੀ ਰੂਪਕ ਅਲੰਕਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਸਿੱਖਿਆ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਕਿਉਂਕਿ ਗੁਰਬਾਣੀ ਵਿੱਚ ਇੱਕ ਥਾਂ ਤੇ ਪੰਕਤੀ ਆਈ ਹੈ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਬਾਈ। ਇੱਕ ਹੋਰ ਵੀ ਪੰਕਤੀ ਆਈ ਹੈ, ਠਾਕੁਰ ਏਕ ਸੁਬਾਈ ਨਾਰ। ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ, ਇਹਨਾਂ ਦਾ ਪਤੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਤੇ ਸਾਨੂੰ ਇਹ ਹੁਕਮ ਹੈ, ਤੁਸਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ। ਜਿਹੜੇ ਮਿਲ ਪੈਂਦੇ ਨੇ
ਉਹਨਾਂ ਨੂੰ ਸੁਹਾਗਣਾ ਦਾ ਰੁਤਬਾ ਪ੍ਰਾਪਤ ਹੁੰਦਾ ਹੈ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ, ਖਸਮੈ ਮਾਹੇ ਸਮਾਹੇ। ਦੂਜੇ ਪਾਸੇ ਕੁਝ ਉਹ ਵੀ ਜੀਵ ਰੂਪ ਇਸਤਰੀਆਂ ਨੇ ਜਿਹੜੀਆਂ ਵਾਹਿਗੁਰੂ ਪਰਮੇਸ਼ਰ ਤੋਂ ਬਾਰ-ਬਾਰ ਹੋਰ ਪਾਸੇ ਹੀ ਭਟਕ ਰਹੀਆਂ ਹਨ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋਂ ਕੁਥੀਆਂ ਫਿਰੈ ਨਿਮਾਣੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨਮੁਖਾਂ ਨੂੰ ਗੁਰਮੁਖ ਬਣਾਉਣ ਦਾ, ਦੁਹਾਗਣਾ ਨੂੰ ਸੁਹਾਗਣ ਬਣਾਉਣ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਮੁੰਦੇ ਕੂੜ ਮੁਠੀ ਕੂੜਿਆਰ, ਫਿਰ ਪ੍ਰਭ ਸਾਚਾ ਸੋਹਣਾ, ਪਾਈਐ ਗੁਰ ਵਿਚਾਰ। ਰਹਾਉ ਮੁੰਦੇ ਦਾ ਅਰਥ ਹੈ ਜਿਸ ਨੂੰ ਹਾਲੇ ਨਵੀਂ ਜਵਾਨੀ ਆਈ ਹੋਈ ਹੈ। ਜੋਬਨਮਤੀ ਇਸਤਰੀ ਨੂੰ ਮੁੰਦੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਮਹਾਂਪੁਰਖ ਅਗਿਆਤ ਜੋਬਨ ਵਾਲੀ ਇਸਤਰੀ ਨੂੰ ਮੁੰਦੇ ਸ਼ਬਦ ਦੁਆਰਾ ਸੰਬੋਧਨ ਕਰਦੇ ਸਨ। ਹਜ਼ੂਰ ਕਹਿੰਦੇ ਨੇ ਜਵਾਨੀ ਤੇ ਆ ਗਈ ਹੈ, ਪਰ ਹਾਲੇ ਇਹ ਨਹੀਂ ਪਤਾ ਵੀ ਆਪਣਾ ਪਤੀ ਕੌਣ ਹੈ ਤੇ ਕਿਵੇਂ ਉਸ ਨੂੰ ਮਿਲਣਾ ਹੈ ਤੇ ਕਿਵੇਂ ਉਸ ਨੂੰ ਪ੍ਰਸੰਨ ਕਰਨਾ ਹੈ। ਤੇ ਐਸੀ ਜੀਵ ਰੂਪ ਇਸਤਰੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁੰਦੇ ਸ਼ਬਦ ਦੁਆਰਾ ਸੰਬੋਧਨ ਕਰਦੇ ਨੇ। ਮੁੰਦੇ ਕੂੜ ਮੁਠੀ ਕੂੜਿਆਰ, ਐ ਮੁੰਦੇ ਜੋਬਨ ਮਤੀਏ, ਅਗਿਆਤ ਜੋਬਨ ਵਾਲੀਏ, ਐ ਝੂਠੀਏ। ਕੂੜ ਮੁਠੀ ਕੂੜਿਆਰ ਝੂਠੀਏ, ਤੈਨੂੰ ਤਾਂ ਝੂਠ ਨੇ ਹੀ ਲੁੱਟ ਲਿਆ ਹੈ। ਝੂਠ ਕੀ ਹੈ? ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਅੱਜ ਜੋ ਕੁਝ ਅਸੀਂ ਵੇਖ ਰਹੇ ਹਾਂ ਦ੍ਰਿਸ਼ਟਮਾਨ ਸੰਸਾਰ ਇਹ ਸਾਰਾ ਹੀ ਨਾਸਵੰਤ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਹਜ਼ੂਰ ਕਹਿੰਦੇ ਮੁੰਦੇ ਕੂੜ ਮੁਠੀ ਕੂੜਿਆਰ, ਐ ਅਗਿਆਤ ਜੋਬਨ ਵਾਲੀਏ, ਐ ਝੂਠੀਏ, ਤੈਨੂੰ ਤਾਂ ਝੂਠ ਨੇ ਹੀ ਲੁੱਟ ਲਿਆ ਹੈ। ਫਿਰ ਪ੍ਰਭ ਸਾਚਾ ਸੋਹਣਾ, ਉਹ ਪਿਰ ਪਤੀ ਪਰਮੇਸ਼ਰ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੇ ਸੋਹਣਾ, ਉਹ ਬਹੁਤ ਸੋਹਣਾ ਹੈ ਮੇਰਾ ਸੁੰਦਰ ਸੁਆਮੀ ਜੀ। ਪਾਈਐ ਗੁਰ ਵਿਚਾਰ, ਉਹ ਗੁਰੂ ਦੀ ਵਿਚਾਰ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਭਾਵ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਸਿੱਖਿਆ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਹਨੂੰ ਮੰਨਿਆ ਜਾਵੇ, ਗੁਰੂ ਦੀ ਵਿਚਾਰ ਅਨੁਸਾਰ ਚੱਲਿਆ ਜਾਵੇ, ਤੇ ਫਿਰ ਹੀ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਜਿਹੜਾ ਹਾਲੇ ਵਾਹਿਗੁਰੂ ਪਰਮੇਸ਼ਰ ਦੇ ਪੰਧ ਤੇ ਚੱਲਿਆ ਨਹੀਂ ਹੈ, ਜਵਾਨੀ ਤੇ ਆਈ ਹੈ, ਸ਼ੌਕ ਤੇ ਹੈ ਬਈ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ, ਪਰ ਹਾਲੇ ਇਹ ਨਹੀਂ ਪਤਾ ਵੀ ਮਿਲਣ ਵਾਸਤੇ ਕੀ ਕੁਛ ਕਰਨਾ ਪੈਂਦਾ ਹੈ। ਐਸੀ ਜੀਵ ਰੂਪ ਇਸਤਰੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਉਪਦੇਸ਼ ਦੇ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇ ਲੀਏ, ਕਿਆ ਚੱਲੈ ਬਾਹ ਲੁਡਾਏ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੁਣ ਸੁਣ ਕਾਮ ਗਹੇਲੀਏ, ਇਹ ਕਾਮ ਦੀ ਗ੍ਰਸੀ ਹੋਈਏ। ਸੁਣ ਸੁਣ, ਦੋ ਵਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਬੋਲ ਕੇ ਹਲੂਣਾ ਦਿੱਤਾ ਹੈ। ਜਿਵੇਂ ਆਪਾਂ ਕੋਈ ਗੱਲ ਸਾਡੀ ਨਾ ਸੁਣੇ ਤੇ ਫਿਰ ਆਪਾਂ ਦੋ ਵਾਰੀ, ਕਈ ਵਾਰੀ ਤਿੰਨ ਵਾਰੀ ਵੀ ਕਹਿੰਦੇ ਆ ਵੀ ਸੁਣ ਸੁਣ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਣ ਸੁਣ ਕਾਮ ਗਹੇਲੀਏ।
ਐ ਕਾਮ ਦੀ ਗ੍ਰਸੀਏ ਹੋਈਏ, ਤੂੰ ਸੁਣ ਸਿੱਖਿਆ। ਬਾਹਰਲੇ ਕੰਨਾਂ ਨਾਲ ਵੀ ਅੰਦਰਲੇ ਮਨ ਦੇ ਕੰਨਾਂ ਦੇ ਨਾਲ ਵੀ ਇਹ ਸਿੱਖਿਆ ਸੁਣ। ਕਿਆ ਚੱਲੈ ਹੈ ਬਾਹਾਂ ਲੁਡਾਏ। ਕੀ ਤੂੰ ਆਪਣੀਆਂ ਬਾਹਾਂ ਨੂੰ ਲੁਡਾਏ ਦਾ ਅਰਥ ਹੈ ਉਲਾਰ ਉਲਾਰ ਕੇ ਚੱਲ ਰਹੀ ਹੈ। ਠੀਕ ਹੈ, ਤੇਰੇ ਤੇ ਜਵਾਨੀ ਆਈ ਹੈ, ਅਲੜ ਅਵਸਥਾ ਹੈ, ਪਰ ਤੈਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਬੜੇ ਸੰਜਮ ਤੇ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਹੈ। ਆਪਣਾ ਪਿਰ ਨ ਪਛਾਣਹੀ, ਕਿਆ ਮੂੰਹ ਦੇ ਸਹਿ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਰ ਜੀਵ ਰੂਪ ਇਸਤਰੀ ਨੂੰ, ਹਰ ਆਤਮਾ ਤੇ ਰੂਹ ਨੂੰ ਇਹ ਉਪਦੇਸ਼ ਦੇ ਰਹੇ ਹਨ, ਜਿਹੜੀ ਕਾਮ ਦਾ ਅਰਥ ਹੈ ਕਾਮਨਾ ਦੀ ਗ੍ਰਸੀ ਹੋਈ ਹੈ। ਕਿਸੇ ਕਵੀ ਨੇ ਕਾਮ ਦੇ ਬਾਰੇ ਇੱਕ ਦੋਹਰਾ ਲਿਖਿਆ ਹੈ, ਕਾਮ ਕਾਮ ਸਭ ਕੋ ਕਹੈ, ਕਾਮ ਨ ਜਾਣੈ ਕੋਏ। ਜੇਤੀ ਮਨ ਕੀ ਕਾਮਨਾ, ਕਾਮ ਕਹਾਵੈ ਸੋਏ। ਮਨ ਦੀ ਕੋਈ ਵੀ ਕਾਮਨਾ ਹੈ, ਹਰ ਜੀਵ ਦੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਤੇ ਹੈ ਹੀ ਹੈ ਨਾ। ਇਸੇ ਲਈ ਸਤਿਗੁਰੂ ਮਹਾਰਾਜ ਹਰ ਜੀਵ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਇਹ ਕਾਮਨਾ ਦੀ ਗ੍ਰਸੀ ਹੋਈਏ ਜੀਵ ਰੂਪ ਇਸਤਰੀਏ, ਸੁਣ ਸੁਣ ਧਿਆਨ ਦੇ ਨਾਲ। ਕਿਆ ਚੱਲੈ ਹੈ ਬਾਹਾਂ ਲੁਡਾਏ, ਤੂੰ ਆਪਣੀ ਬਿਰਤੀ ਰੂਪੀ ਬਾਂਹ ਨੂੰ ਵੀ ਉਲਾਰ ਉਲਾਰ ਕੇ ਵਿਸ਼ਿਆਂ ਵਿਕਾਰਾਂ ਦੇ ਵੱਲ ਕਿਉਂ ਜਾਨੀ ਹੈ। ਆਪਣਾ ਪਿਰ ਨਾ ਪਛਾਣਹੀ। ਜਿਹੜਾ ਤੇਰਾ ਆਪਣਾ ਪਤੀ ਕੌਣ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਇਸ ਜਗ ਮੈਂ ਪੁਰਖ ਏਕ ਹੈ। ਤੂੰ ਉਸ ਆਪਣੇ ਪਤੀ ਨੂੰ ਤਾਂ ਪਛਾਣਦੀ ਹੀ ਨਹੀਂ। ਕਿਆ ਮੋਹ ਦੇਸਹਿ ਜਾਏ, ਪਰ ਜਦੋਂ ਅੱਗੇ ਉਸ ਪਤੀ ਪਰਮੇਸ਼ਰ ਦੇ ਘਰ ਪਰਲੋਕ ਵਿੱਚ ਗਈ, ਉੱਥੇ ਜਾ ਕੇ ਕੀ ਮੂੰਹ ਦੇਵੇਂਗੀ, ਕੀ ਉੱਥੇ ਮੂੰਹ ਦਿਖਾਵੇਂਗੀ। ਭਾਵ ਜਦੋਂ ਆਪਣੇ ਪਤੀ ਦੀ ਤੂੰ ਪਛਾਣ ਹੀ ਨਾ ਕਰ ਸਕੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਸਾਂ ਸਮਝਿਆ ਹੀ ਨਾ, ਤੇ ਫਿਰ ਦਰਗਾਹ ਦੇ ਵਿੱਚ ਜਾ ਕੇ ਕੀ ਮੂੰਹ ਦਿਖਾਵਾਂਗੇ। ਸਾਨੂੰ ਮੂੰਹ ਦਿਖਾਉਣਾ ਔਖਾ ਹੋਵੇਗਾ। ਜਿਨੀ ਸਖੀ ਕੰਤ ਪਛਾਣਿਆ, ਹਉ ਤਿਨ ਕੈ ਲਾਗੋਂ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਹੌਲੀ ਹੌਲੀ ਜਦੋਂ ਕੋਈ ਸਿਆਣੀ ਬੀਬੀ ਨਵੀਂ ਉਮਰ ਦੀ ਕਿਸੇ ਲੜਕੀ ਨੂੰ ਸਮਝਾਉਂਦੀ ਹੈ, ਤੇ ਫਿਰ ਉਹ ਇਹ ਕਹਿੰਦੀ ਹੈ, ਜਿਨੀ ਸਖੀ ਕੰਤ ਪਛਾਣਿਆ। ਜਿਨ੍ਹਾਂ ਸਖੀਆਂ ਗੁਰਮੁਖ ਸਖੀਆਂ ਨੇ, ਗੁਰਮੁਖ ਰੂਹਾਂ ਨੇ, ਸੰਤ ਭਗਤ ਰੂਪ ਸਖੀਆਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਪਛਾਣਿਆ ਹੈ, ਹਉ ਤਿਨ ਕੈ ਲਾਗੋਂ ਪਾਏ, ਵੀ ਮੈਂ ਉਹਨਾਂ ਦੇ ਜਾ ਕੇ ਚਰਨੀ ਲੱਗਦੀ ਹਾਂ। ਜਿਹੜੀਆਂ ਸੁਹਾਗਵੰਤੀਆਂ ਰੂਹਾਂ ਨੇ, ਜਿਨ੍ਹਾਂ ਨੇ ਪਰਮੇਸ਼ਰ ਪਤੀ ਨੂੰ ਪਛਾਣਿਆ ਹੀ ਨਹੀਂ, ਪ੍ਰਾਪਤ ਕੀਤਾ ਹੋਇਆ ਹੈ, ਅਸੀਂ ਜਾ ਕੇ ਉਹਨਾਂ ਦੇ ਚਰਨੀ ਲੱਗਦੇ ਹਾਂ, ਕਿਉਂਕਿ ਉਹ ਸਾਨੂੰ ਵਾਹਿਗੁਰੂ ਪਤੀ ਦੇ ਮਿਲਣ ਦਾ ਢੰਗ ਤਰੀਕਾ ਜ਼ਰੂਰ ਦੱਸਣਗੇ। ਤਿਨ ਹੀ ਜੈਸੀ ਥੀ ਰਹਾ, ਸਤ ਸੰਗਤ ਮੇਲ ਮਿਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖ ਸਤ ਸੰਗੀਆਂ ਦੀ ਸਤ ਸੰਗਤ ਦੇ ਮੇਲ ਵਿੱਚ ਮਿਲਾ ਕੇ, ਤਿਨ ਹੀ ਜੈਸੀ ਥੀ ਰਹਾ, ਤੇ ਮੇਰਾ ਇਹ ਜੀ ਕਰਦਾ ਹੈ ਮੈਂ ਵੀ ਉਹਨਾਂ ਵਰਗੀ ਹੀ ਬਣ ਜਾਵਾਂ। ਭਾਵ ਜਿਹੜੇ ਸੁਹਾਗਣਾ ਦੇ ਵਿੱਚ ਗੁਣ ਨੇ, ਨਿਵਣ ਸੋ ਅੱਖਰ ਖਵਨ ਗੁਣ, ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸਕਾਰ ਤਾਂ ਵਾਸਾ ਵੀ ਕੰਤ। ਜਿਹੜੇ ਐਸੇ ਗੁਣ ਨੇ ਉਹਨਾਂ ਦੇ ਵਿੱਚ, ਮੈਂ ਵੀ ਧਾਰਨ ਕਰਕੇ ਉਹਨਾਂ ਵਰਗੀ ਹੀ ਹੋ ਜਾਵਾਂ, ਤਾਂ ਕਿ ਮੈਨੂੰ ਵੀ ਪਰਮੇਸ਼ਰ ਪਤੀ ਮਿਲ ਸਕੇ। ਮੁੰਧੇ ਕੂੜ ਮੁਠੀ ਕੂੜੀਆਰ, ਤੇਰੇ ਪ੍ਰਭ ਸਾਚਾ ਸੋਹਣਾ, ਪਾਈਏ ਗੁਰ ਵਿਚਾਰ ਰਹਾ। ਮਨ ਮੁਖ ਕੰਤ ਨਾ ਪਛਾਣਈ, ਤਿਨ ਕਿਉ ਰਹਿਣ ਵਿਹਾਏ। ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਮਨਮੁਖ ਕੰਤ ਨਾ ਪਛਾਣਈ। ਜਿਹੜੀਆਂ ਮਨਮੁਖ ਰੂਹਾਂ ਨੇ, ਉਹ ਉਸ ਪਤੀ ਪਰਮੇਸ਼ਰ ਨੂੰ ਨਹੀਂ ਪਛਾਣ ਸਕਦੀਆਂ, ਤਿਨ ਕਿਉਂ ਰਹਿਣ ਵਿਹਾਏ। ਤੇ ਫਿਰ ਉਹਨਾਂ ਦੀ ਜਿਹੜੀ ਅਵਸਥਾ ਰੂਪੀ ਰਾਤ ਕਿਵੇਂ ਬਤੀਤ ਹੋਵੇਗੀ। ਭਾਵ ਜਿਨ੍ਹਾਂ ਇਸਤਰੀਆਂ ਨੂੰ ਪਤੀ ਨਹੀਂ ਪ੍ਰਾਪਤ ਹੁੰਦਾ, ਉਹਨਾਂ ਦੀ ਅਵਸਥਾ ਕਿਵੇਂ ਬੀਤਦੀ ਹੈ, ਦੁੱਖ ਦੇ ਵਿੱਚ ਹੀ ਬੀਤਦੀ ਹੈ। ਇਸੇ ਤਰ੍ਹਾਂ ਜਿਹੜੀਆਂ ਮਨਮੁਖ ਰੂਹਾਂ ਆਪਣੇ ਪਰਮੇਸ਼ਰ ਪਤੀ ਨੂੰ ਨਹੀਂ ਪਛਾਣ ਸਕਦੀਆਂ,
ਹਜ਼ੂਰ ਕਹਿੰਦੇ ਤਿੰਨ ਕਿਉਂ ਰਹਿਣ ਵਿਹਾਏ, ਉਹਨਾਂ ਦੀ ਅਵਸਥਾ ਰੂਪੀ ਰਾਤ ਕਿਵੇਂ ਬਤੀਤ ਹੋਵੇਗੀ, ਭਾਵ ਬਹੁਤ ਔਖੀ ਬਤੀਤ ਹੋਵੇਗੀ। ਗਰਭ ਅਟਿਆ ਤ੍ਰਿਸ਼ਨਾ ਜਲ ਹੈ, ਦੁਖ ਪਾਵੈ ਦੂਜੇ ਪਾਏ। ਜਿਹੜੀਆਂ ਮਨਮੁਖ ਰੂਹਾਂ ਨੇ ਗਰਭ ਅਟੀਆਂ, ਉਹ ਹੰਕਾਰ ਦੇ ਨਾਲ ਭਰੀਆਂ ਹੋਈਆਂ ਨੇ। ਤ੍ਰਿਸ਼ਨਾ ਜਲ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀਆਂ ਨੇ। ਸਹਿਸ ਘਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨ ਤ੍ਰਿਪਤਾਵੈ ਖਪ ਖਪ ਮਰੈ। ਦੁੱਖ ਪਾਵੈ ਦੂਜੈ ਪਾਏ। ਉਹ ਦੂਜੇ ਪਾਸੇ ਪ੍ਰੇਮ ਕਰਕੇ, ਵਾਹਿਗੁਰੂ ਨਾਲ ਨਹੀਂ, ਗੁਰੂ ਦੇ ਨਾਲ ਨਹੀਂ, ਹੋਰ ਦੇਵੀ ਦੇਵਤਿਆਂ ਨਾਲ, ਮੜੀਆਂ ਮਸਾਣੀਆਂ ਦੇ ਨਾਲ, ਤੇ ਆ ਜਿਹੜੇ ਹੋਰ ਟੂਣੇ ਟਾਮਣ ਕਰਨ ਵਾਲੇ ਲੋਕ ਨੇ, ਉਸ ਪਾਸੇ ਪ੍ਰੇਮ ਕਰਕੇ ਹਮੇਸ਼ਾ ਲਈ ਦੁੱਖ ਪਾਉਂਦੀਆਂ ਹਨ। ਸ਼ਬਦ ਰਤੀਆ ਸੁਹਾਗਣੀ, ਤਿਨ ਵਿੱਚੋਂ ਹਉਮੈ ਜਾਏ। ਉਹਨਾਂ ਮਨਮੁਖਾਂ ਦੇ ਮੁਕਾਬਲੇ ਤੇ ਸੁਹਾਗਵੰਤੀਆਂ ਰੂਹਾਂ ਵੀ ਹਨ ਜੋ ਗੁਰਮੁਖ ਸਖੀਆਂ ਨੇ। ਸ਼ਬਦ ਰਤੀਆਂ ਸੁਹਾਗਣੀ, ਉਹ ਸੁਹਾਗ ਵਾਲੀਆਂ ਰੂਹਾਂ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ। ਤਨ ਵਿੱਚੋਂ ਹਉਮੈ ਜਾਏ, ਤੇ ਫਿਰ ਉਹਨਾਂ ਦੇ ਮਨ ਦੇ ਵਿੱਚੋਂ ਹਉਮੈ ਨਿਕਲ ਜਾਂਦੀ ਹੈ। ਉਹਨਾਂ ਬਾਰੇ ਤਾਂ ਆਖਿਆ ਸੀ ਨਾ, ਗਰਭ ਅਟੀਆਂ, ਉਹ ਤੇ ਹੰਕਾਰ ਦੇ ਵਿੱਚ ਲੱਦੀਆਂ ਹੋਈਆਂ ਰਹਿੰਦੀਆਂ ਨੇ, ਹੰਕਾਰ ਵਿੱਚ ਭਰੀਆਂ ਰਹਿੰਦੀਆਂ ਨੇ। ਪਰ ਹਜ਼ੂਰ ਕਹਿੰਦੇ ਜਿਹੜੀਆਂ ਸੁਹਾਗਵੰਤੀਆਂ ਨੇ, ਉਹ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੀਆਂ ਹੋਈਆਂ ਰਹਿੰਦੀਆਂ ਨੇ। ਇਸ ਲਈ ਉਹਨਾਂ ਦੇ ਮਨ ਵਿੱਚੋਂ ਹਉਮੈ ਚਲੀ ਜਾਂਦੀ ਹੈ। ਸਦਾ ਪਿਰ ਰਾਵੈ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਹਜ਼ੂਰ ਫਰਮਾਉਂਦੇ ਨੇ, ਉਹ ਗੁਰਮੁਖ ਸੁਹਾਗਣਾ ਸਦਾ ਪਿਰ ਰਾਵੈ ਹੈ ਆਪਣਾ, ਉਹ ਹਮੇਸ਼ਾ ਲਈ ਆਪਣੇ ਪਤੀ ਪਰਮੇਸ਼ਰ ਦੇ ਰੰਗ ਨੂੰ ਮਾਣਦੀਆਂ ਹਨ। ਤਿਨਾ ਸੁਖੇ ਸੁਖ ਵਿਹਾਏ, ਫਿਰ ਉਹਨਾਂ ਦੀ ਅਵਸਥਾ ਸੁਖ ਹੀ ਸੁਖ ਦੇ ਵਿੱਚ ਵਿਹਾਏ ਬਤੀਤ ਹੁੰਦੀ ਹੈ। ਗਿਆਨ ਵਿਹੂਣੀ ਪਿਰ ਮੁਤਿਆ, ਪਿਰਮ ਨ ਪਾਇਆ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਗਿਆਨ ਤੋਂ ਵਿਹੂਣੀਆਂ ਨੇ, ਗੁਰੂ ਦੇ ਗਿਆਨ ਤੋਂ ਵਿਰਵੀਆਂ ਨੇ, ਪਿਰ ਮੁਤੀਆਂ, ਉਹਨਾਂ ਨੂੰ ਪਤੀ ਨੇ, ਮੁਤੀਆ ਦਾ ਅਰਥ ਹੈ ਛੁੱਟੜ ਕਰ ਦਿੱਤਾ, ਉਹਨਾਂ ਨੂੰ ਤਲਾਕ ਦੇ ਦਿੱਤਾ। ਪਿਰਮ ਨਾ ਪਾਇਆ ਜਾਏ, ਹੁਣ ਉਹਨਾਂ ਇਸਤਰੀਆਂ ਦੇ ਕੋਲੋਂ ਉਸ ਪਤੀ ਦਾ ਪ੍ਰੇਮ ਰਸ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੈ ਭੁੱਖ ਨ ਜਾਏ। ਹੁਣ ਗਿਆਨ ਤੋਂ ਬਿਨਾ ਉਹਨਾਂ ਦੇ ਅੰਦਰ ਅਗਿਆਨ ਮਤੀ, ਅਗਿਆਨ ਵਾਲੀ ਮਤ ਹੁੰਦੀ ਹੈ। ਅਗਿਆਨ ਵਾਲੀ ਮਤ ਹੋਣ ਕਰਕੇ ਅੰਧੇਰ ਹੈ। ਉਹਨਾਂ ਦੇ ਮਨ ਦੇ ਵਿੱਚ ਮੋਹ ਮਾਇਆ ਦਾ, ਭਰਮ ਦਾ ਹਨੇਰ ਪਿਆ ਰਹਿੰਦਾ ਹੈ। ਬਿਨ ਪਿਰ ਦੇਖੇ ਭੁੱਖ ਨਾ ਜਾਏ। ਜਿੰਨਾ ਚਿਰ ਤੱਕ ਉਹ ਪਤੀ ਪਰਮੇਸ਼ਰ ਦੇ ਦਰਸ਼ਨ ਨਹੀਂ ਕਰ ਲੈਂਦੀਆਂ, ਉਹਨਾਂ ਚਿਰ ਤੱਕ ਉਹਨਾਂ ਦੀ ਭੁੱਖ ਜਾ ਹੀ ਨਹੀਂ ਸਕਦੀ, ਤੇ ਵਾਹਿਗੁਰੂ ਦੇ ਦਰਸ਼ਨ ਉਹਨਾਂ ਨੂੰ ਹੋ ਨਹੀਂ ਸਕਦੇ ਗੁਰੂ ਦੀ ਕਿਰਪਾ ਤੋਂ ਬਿਨਾਂ। ਇਸ ਲਈ ਉਹਨਾਂ ਦੀ ਜਿਹੜੀ ਦਰਸ਼ਨਾਂ ਦੀ ਮਿਲਣ ਦੀ ਭੁੱਖ ਹੈ, ਉਹ ਕਦੇ ਵੀ ਨਹੀਂ ਜਾ ਸਕਦੀ। ਆਵੋ ਮਿਲੋ ਸਹੇਲੀ ਹੋ, ਮੈਂ ਪਿਰ ਦੇਹੋ ਮਿਲਾਏ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਜਗਿਆਸੂ ਜਾ ਕੇ ਜਿਹੜੀਆਂ ਹੋਰ ਗੁਰਮੁਖ ਸਖੀਆਂ ਨੇ, ਪਵਿੱਤਰ ਸੰਤ ਭਗਤ ਰੂਪ ਸਖੀਆਂ ਨੇ, ਉਹਨਾਂ ਨੂੰ ਕਹਿੰਦੀ ਹੈ, ਆਵੋ ਮਿਲੋ ਸਹੇਲੀ ਹੋ, ਕਿ ਐ ਸਹੇਲੀਓ ਤੁਸੀਂ ਆਓ, ਤੁਸੀਂ ਆ ਕੇ ਮੈਨੂੰ ਮਿਲੋ, ਮੈਂ ਪਿਰ ਦੇਹੋ ਮਿਲਾਏ। ਤੁਸੀਂ ਤੇ ਮਿਲੀਆਂ ਹੋਈਆਂ ਹੋ, ਸੁਹਾਗਣਾ ਤੇ ਮਿਲੀਆਂ ਹੁੰਦੀਆਂ ਨੇ, ਤੇ ਤੁਸੀਂ ਕਿਰਪਾ ਕਰੋ, ਮੈਂ ਪਿਰ ਦੇਹੋ ਮਿਲਾਏ, ਮੈਨੂੰ ਵੀ ਪਤੀ ਪਰਮੇਸ਼ਰ ਮਿਲਾ ਦਿਓ। ਕਿਉਂਕਿ ਮਿਲੀਆਂ ਹੋਈਆਂ ਹੀ ਤੇ ਮਿਲਾ ਸਕਦੀਆਂ ਨੇ, ਸੁਹਾਗਣਾ ਹੀ ਸੁਹਾਗਣ ਬਣਾ ਸਕਦੀਆਂ ਨੇ। ਇਸ ਲਈ ਮਹਾਂਪੁਰਖਾਂ ਦੇ ਪਾਸ ਜਾ ਕੇ ਬੇਨਤੀਆਂ ਕਰਨੀਆਂ ਹਨ ਕਿ ਮਹਾਂਪੁਰਖੋ, ਜਿਵੇਂ ਤੁਸੀਂ ਮਿਲੇ ਹੋ, ਤੇ ਕਿਰਪਾ ਕਰੋ ਸਾਨੂੰ ਵੀ ਪਰਮੇਸ਼ਰ ਪਤੀ ਦੇ ਨਾਲ ਮਿਲਾ ਦਿਓ। ਪੂਰੇ ਭਾਗ ਸਤਿਗੁਰ ਮਿਲੈ, ਫਿਰ ਪਾਇਆ ਸੱਚ ਸਮਾਏ। ਉਹ ਗੁਰਮੁਖ ਸਖੀਆਂ ਇਹ ਅੱਗੋਂ ਜਵਾਬ ਦਿੰਦੀਆਂ ਨੇ, ਪੂਰੇ ਭਾਗ ਸਤਿਗੁਰ ਮਿਲੈ, ਵੀ ਗੁਰਮੁਖੋ ਜਿਨ੍ਹਾਂ ਦੇ ਪੂਰੇ ਭਾਗ ਹੁੰਦੇ ਨੇ, ਉਹਨਾਂ ਨੂੰ ਸੱਚੇ ਸਤਿਗੁਰੂ ਮਿਲਦੇ ਹਨ। ਤੇ ਜਿਨ੍ਹਾਂ ਨੂੰ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਫਿਰ ਪਾਇਆ ਸੱਚ ਸਮਾਏ, ਔਰ ਉਹਨਾਂ ਨੇ ਸੱਚ ਸਮਾਏ ਸੱਚੇ ਨਾਮ ਦੇ ਵਿੱਚ ਲੀਨ ਹੋ ਕੇ
ਤੇ ਫਿਰ ਪਾਇਆ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ ਹੈ। ਸੇ ਸਹੀਆ ਸੁਹਾਗਣੀ ਜਿਨ ਕਾ ਨਦਰ ਕਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਤੇ ਉਹ ਪਤੀ ਪਰਮੇਸ਼ਰ ਅਥਵਾ ਦਰਗਾਹੀ ਬਸੀੜ ਸਤਿਗੁਰੂ ਮਿਹਰ ਦੀ ਨਜ਼ਰ ਕਰ ਦਿੰਦੇ ਹਨ, ਸੇ ਸਹੀਆ ਸੁਹਾਗਣੀ, ਉਹ ਸਹੀਆਂ ਸਖੀਆਂ, ਉਹ ਗੁਰਮੁਖ ਰੂਹਾਂ ਸੁਹਾਗਵੰਤੀਆਂ ਹੋ ਜਾਂਦੀਆਂ ਨੇ। ਭਾਵ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਆਨੰਦ, ਉਹਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ। ਖਸਮ ਪਛਾਣ ਹੈ ਆਪਣਾ ਤਨ ਮਨ ਆਗੇ ਦੇ। ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ, ਖਸਮ ਪਛਾਣੈ ਆਪਣਾ, ਉਹ ਗੁਰਮੁਖ ਸਿੱਖ ਰੂਪ ਸਖੀਆਂ ਆਪਣੇ ਖਸਮ ਮਾਲਕ ਪਤੀ ਪਰਮੇਸ਼ਰ ਨੂੰ ਪਛਾਣ ਲੈਂਦੀਆਂ ਨੇ ਤੇ ਫਿਰ ਨਾਲ ਹੀ ਤਨ ਮਨ ਆਗਿਆ ਦੇ, ਉਹ ਆਪਣਾ ਤਨ ਵੀ ਤੇ ਮਨ ਵੀ ਉਹ ਪਤੀ ਦੇ ਅੱਗੇ ਭੇਟ ਕਰ ਦਿੰਦੀਆਂ ਹਨ ਤੇ ਨਾਲ ਇਹ ਬੇਨਤੀ ਕਰਦੀਆਂ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਜਦੋਂ ਕੋਈ ਇਸਤਰੀ ਆਪਣਾ ਤਨ ਵੀ ਤੇ ਮਨ ਵੀ ਸਭ ਕੁਝ ਪਤੀ ਨੂੰ ਅਰਪਣ ਕਰ ਦੇਵੇ ਤੇ ਫੇਰ ਹੀ ਉਹ ਸੁਹਾਗਣ ਬਣਦੀ ਹੈ ਤੇ ਫੇਰ ਹੀ ਉਹਨੂੰ ਅਸਲੀ ਸੁਹਾਗ ਦਾ ਸੁਖ ਪ੍ਰਾਪਤ ਹੋ ਸਕਦਾ ਹੈ। ਘਰ ਵਾਰ ਪਾਇਆ ਆਪਣਾ ਹਉ ਮੈਂ ਦੂਰ ਕਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਗੁਰਮੁਖ ਸਖੀਆਂ ਨੇ ਔਰ ਉਹਨਾਂ ਨੇ ਆਪਣੇ ਮਨ ਵਿੱਚੋਂ ਹਉਮੈ ਨੂੰ ਦੂਰ ਕਰਕੇ ਘਰ ਵਾਰ ਪਾਇਆ ਆਪਣਾ, ਜਿਹੜਾ ਆਪਣਾ ਪਤੀ ਪਰਮੇਸ਼ਰ ਸੀ ਉਹਨੂੰ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ, ਕਿਉਂਕਿ ਵਾਹਿਗੁਰੂ ਸਾਡੇ ਅੰਦਰ ਹੀ ਤੇ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਪਰ ਹਉਮੈ ਦਾ ਪਰਦਾ ਸੀ। ਇਸ ਹਉਮੈ ਦੇ ਪਰਦੇ ਨੂੰ ਦੂਰ ਕਰਕੇ ਤੇ ਉਹਨਾਂ ਗੁਰਮੁਖ ਸਖੀਆਂ ਨੇ ਪਤੀ ਪਰਮੇਸ਼ਰ ਨੂੰ ਘਰ ਦੇ ਵਿੱਚੋਂ ਹੀ ਭਾਵ ਆਪਣੇ ਅੰਦਰੋਂ ਹੀ ਉਸ ਨੂੰ ਪ੍ਰਾਪਤ ਕਰ ਲਿਆ। ਨਾਨਕ ਸੋ ਭਾਵੰਤੀਆਂ ਸੁਹਾਗਣੀ ਆਨੰਦਨ ਭਗਤ ਕਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੋਭਾ ਵਾਲੀਆਂ ਸੁਹਾਗਣਾ ਨੇ ਅਨੰਦਨ ਭਗਤ ਕਰੇ, ਜਿਹੜੀਆਂ ਰਾਤ ਦਿਨ ਪਤੀ ਪਰਮੇਸ਼ਰ ਦੀ ਭਗਤੀ ਕਰਦੀਆਂ ਨੇ, ਰਾਤ ਦਿਨ ਸੇਵਾ ਟਹਿਲ ਦੇ ਵਿੱਚ ਜੁੜੀਆਂ ਰਹਿੰਦੀਆਂ ਨੇ। ਉਹ ਅਸਲੀ ਸੋਭਾ ਵਾਲੀਆਂ ਸੁਹਾਗਣਾ ਨੇ ਜੋ ਰਾਤ ਦਿਨ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਐਸੀ ਅਵਸਥਾ ਵਾਲੇ ਗੁਰਮੁਖਾਂ ਨੂੰ ਸੁਹਾਗਣਾ ਦਾ ਦਰਜਾ ਦਿੱਤਾ ਹੈ। ਤੇਰੇ ਰਾਗ ਮਹੱਲਾ ਤੀਜਾ, ਇੱਕ ਪਿਰ ਰਾਵਹਿ ਆਪਣਾ ਹਉ ਕੈ ਦਰ ਪੁੱਛੋ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਪ੍ਰਕਰਨ ਦੁਆਰਾ ਹੀ ਇਸ ਅਗਲੇ ਸ਼ਬਦ ਵਿੱਚ ਫਿਰ ਜੀਵ ਰੂਪ ਇਸਤਰੀ ਨੂੰ ਉਪਦੇਸ਼ ਦੇ ਰਹੇ ਹਨ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਐ ਜੋਬਨ ਮਤੀਏ, ਐ ਅਗਿਆਤ ਜੋਬਨ ਵਾਲੀਏ, ਤੂੰ ਗੁਰੂ ਦੇ ਅਨੁਸਾਰ ਹੋ ਕੇ ਚੱਲ। ਕਿਉਂਕਿ ਸਤਿਗੁਰੂ ਦਰਗਾਹੀ ਬਸੀਠ ਨੇ, ਜਦੋਂ ਤੂੰ ਉਹਨਾਂ ਦੇ ਅਨੁਸਾਰ ਹੋ ਕੇ ਚੱਲੇਗੀ ਤੇ ਫਿਰ ਤੈਨੂੰ ਪਤੀ ਪਰਮੇਸ਼ਰ ਮਿਲ ਸਕਦਾ ਹੈ। ਅਨੰਦਨ ਰਾਵਹਿ ਪਿਰ ਆਪਣਾ ਸਹਜੇ ਸੱਚ ਸਮਾਏ। ਫਿਰ ਤੂੰ ਅਨੰਦਨ ਦਾ ਅਰਥ ਹੈ ਰਾਤ ਦਿਨ ਆਪਣੇ ਪਤੀ ਦੇ ਸੁਖ ਨੂੰ, ਉਹਦੇ ਆਨੰਦ ਨੂੰ ਮਾਣ ਸਕਦੀ ਹੈ। ਸਹਜੇ ਸੱਚ ਸਮਾਏ ਤੇ ਸਹਜੇ ਸਹਜੇ ਸੱਚ ਸਰੂਪ ਪਤੀ ਵਿੱਚ ਲੀਨ ਹੋ ਸਕਦੀ ਹੈ। ਜੇ ਤੂੰ ਗੁਰੂ ਦੇ ਅਨੁਸਾਰ ਹੋ ਕੇ ਚੱਲੇ ਤੈਨੂੰ ਪਰਮੇਸ਼ਰ ਪਤੀ ਮਿਲ ਸਕਦਾ ਹੈ। ਮਿਲ ਹੀ ਨਹੀਂ ਸਕਦਾ, ਉਹ ਤੈਨੂੰ ਆਪਣੇ ਵਿੱਚ ਆਪੇਦ ਕਰ ਲਵੇਗਾ। ਇਹ ਐਸੀ ਮਹਾਨ ਕੇਵਲ ਮੁਕਤੀ ਦੀ ਦਾਤ ਤੈਨੂੰ ਪ੍ਰਾਪਤ ਹੋ ਸਕਦੀ ਹੈ। ਤੇ ਹੁਣ ਜਗਿਆਸੂ ਰੂਪ ਇਸਤਰੀ ਪੁੱਛਦੀ ਹੈ, ਇੱਕ ਪਿਰ ਰਾਵਹਿ ਆਪਣਾ ਹਉ ਕੈ ਦਰ ਪੁੱਛੋਂ ਜਾਏ। ਇੱਕ ਐਸੀਆਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੇ ਜੋ ਆਪਣੇ ਪਰਮੇਸ਼ਰ ਪਤੀ ਦੇ ਆਨੰਦ ਨੂੰ ਮਾਣਦੀਆਂ ਨੇ। ਹਉ ਕੈ ਦਰ ਪੁੱਛੋਂ ਜਾਏ, ਤੇ ਮੈਂ ਕਿਹੜੇ ਦਰ ਤੋਂ ਜਾ ਕੇ ਪੁੱਛਾਂ ਬਈ ਮੈਨੂੰ ਉਹ ਪਰਮੇਸ਼ਰ ਪਤੀ ਕਿਵੇਂ ਮਿਲ ਸਕਦਾ ਹੈ। ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੁ ਮਿਲਾਏ। ਅੱਗੋਂ ਗੁਰਮੁਖ ਸਖੀਆਂ ਸੁਹਾਗਣਾ ਵਾਂਗ ਇਹ ਇਸ਼ਾਰਾ ਕਰਦੀਆਂ ਨੇ, ਬਈ ਤੂੰ ਸਤਿਗੁਰੂ ਦੇ ਕੋਲ ਜਾ, ਸਤਿਗੁਰ ਸੇਵੀ ਭਾਉ ਕਰ ਤੇ ਸਤਿਗੁਰੂ ਦੀ ਜਾ ਕੇ ਪ੍ਰੇਮ ਦੇ ਨਾਲ ਸੇਵਾ ਕਰ
ਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ, ਮੈਂ ਫਿਰ ਦੇਹੋ ਮਿਲਾਏ। ਹੇ ਸਤਿਗੁਰੂ ਜੀ, ਤੁਸੀਂ ਦਰਗਾਹੀ ਵਿਚੋਲੇ ਹੋ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬਾ ਸੀਠ। ਤੇ ਮਹਾਰਾਜ ਕਿਰਪਾ ਕਰੋ, ਮੈਂ ਫਿਰ ਦੇਹੋ ਮਿਲਾਏ, ਮੈਨੂੰ ਪਰਮੇਸ਼ਰ ਪਤੀ ਮਿਲਾ ਦਿਓ, ਤੁਸੀਂ ਹੀ ਸਾਨੂੰ ਮਿਲਾ ਸਕਦੇ ਹੋ। ਸਭ ਉਪਾਏ ਆਪੇ ਵੇਖੈ, ਕਿਸ ਨੇੜੇ ਕਿਸ ਦੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਰੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਹਨ ਤੇ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਵੇਖ ਰਿਹਾ ਹੈ, ਸਭ ਦੀ ਨਿਗਰਾਨੀ ਵੀ ਆਪ ਕਰ ਰਿਹਾ ਹੈ। ਕਿਸ ਨੇੜੇ ਕਿਸ ਦੂਰ, ਉਹ ਕਿਸੇ ਦੇ ਨੇੜੇ ਵਸ ਰਿਹਾ ਹੈ ਤੇ ਕਿਸੇ ਦੇ ਦੂਰ ਵਸ ਰਿਹਾ ਹੈ। ਭਾਵ ਗੁਰਮੁਖਾਂ ਦੇ ਉਹ ਨੇੜੇ ਹੈ ਤੇ ਮਨਮੁਖਾਂ ਤੋਂ ਦੂਰ ਹੈ। ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਜੀਵ ਰੂਪ ਇਸਤਰੀ ਨੇ ਉਸ ਪਤੀ ਪਰਮੇਸ਼ਰ ਨੂੰ ਅੰਗ ਸੰਗ ਵਸਦਾ ਜਾਣ ਲਿਆ ਹੈ, ਫਿਰ ਰਾਵੇ ਸਦਾ ਹਦੂਰ ਤੇ ਉਸ ਨੂੰ ਪਰਮੇਸ਼ਰ ਪਤੀ ਹਮੇਸ਼ਾ ਹਦੂਰ ਦਾ ਅਰਥ ਹੈ ਕੋਲੇ ਆ ਕੇ, ਉਹਦੇ ਨੇੜੇ ਆ ਕੇ ਤੇ ਉਸ ਨੂੰ ਸੁਖ ਬਖਸ਼ਿਸ਼ ਕਰਦਾ ਹੈ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਅੰਧ ਨਿਰਾਵੈ ਫਿਰ ਆਪਣਾ, ਸਹਜੇ ਸੱਚ ਸਮਾਏ। ਰਹਾਉ ਸ਼ਬਦ ਰਤਿਆ ਸੁਹਾਗਣੀ, ਸੱਚੇ ਸ਼ਬਦ ਸਿੰਗਾਰ। ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਬਦ ਰਤੀਆਂ ਸੁਹਾਗਣੀ, ਜਿਹੜੀਆਂ ਸੁਹਾਗਵੰਤੀਆਂ ਰੂਹਾਂ ਨੇ ਉਹ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ ਤੇ ਸੱਚਾ ਸ਼ਬਦ ਸਿੰਗਾਰ, ਤੇ ਸੱਚੇ ਗੁਰੂ ਕੇ ਸ਼ਬਦ ਦੁਆਰਾ ਸ਼ੁਭ ਗੁਣਾਂ ਦਾ ਸ਼ਿੰਗਾਰ ਵੀ ਧਾਰਨ ਕਰਦੀਆਂ ਨੇ। ਇਹਦਾ ਮਤਲਬ ਇਹ ਹੈ, ਹਮੇਸ਼ਾ ਲਈ ਨਾਮ ਬਾਣੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਤੇ ਦੈਵੀ ਗੁਣਾਂ ਦਾ ਗੁਰੂ ਕੇ ਸ਼ਬਦ ਦੁਆਰਾ ਸ਼ਿੰਗਾਰ ਵੀ ਧਾਰਨ ਕਰਦੀਆਂ ਹਨ। ਹਰ ਹਰ ਪਾਇਨ ਘਰ ਆਪਣੇ, ਗੁਰ ਕੈ ਹੇਤ ਪਿਆਰ। ਹਾਂ, ਜਿਹੜੀਆਂ ਐਸੀਆਂ ਸੁਹਾਗਵੰਤੀਆਂ ਰੂਹਾਂ ਨੇ